students, once again welcome to my YouTube channel. Today we are discussing about to the basics concepts of to the part 4th of social studies economic part of class 10th. In this session we are discussing about continues with the discussion of the common concepts which has been affecting to the economy of the India and which is a main part of the Indian economy. Without you wasting your time, we are starting from this session. And first of all, which has been students cannot be subscribe my channel, so subscribe my channel, just do it for a bright future and press bell icon for the latest updation regarding my new videos. Now we are start from this session. The first question of this session is what is meant by the public finance and explain the direct and indirect taxes with examples. ਕਹਿੰਦੇ ਜੀ ਜਿਹੜੇ ਪਬਲਿਕ ਫਾਈਨੈਂਸ ਹੁੰਦਾ ਸੀ ਲੋਕਾਂ ਤੋਂ ਜਿਹੜਾ ਪੈਸਾ ਲੈਂਦੇ ਆ ਜਾਂ ਪਬਲਿਕ ਵਿੱਤ ਕੀ ਹੁੰਦਾ ਵਾ ਤੇ ਇਹਦੇ ਵਿੱਚ ਅਸੀਂ ਡਾਇਰੈਕਟ ਤੇ ਇਨਡਾਇਰੈਕਟ ਟੈਕਸਿਸ ਦੇ ਬਾਰੇ ਵੀ ਐਗਜ਼ਾਮਪਲ ਦੇ ਕੇ ਸਮਝਾਉਣਾ ਵਾ। ਦੇਖੋ ਪਬਲਿਕ ਫਾਈਨੈਂਸ ਇਜ਼ ਡੀਲ ਵਿਦ ਦੀ ਇੰਡੀਅਨ ਐਂਡ ਇਨਕਮ ਐਂਡ ਐਕਸਪੈਂਡੀਚਰ ਆਫ ਦੀ ਪਬਲਿਕ ਅਥਾਰਟੀਜ਼ including all sort of to the governments. Hence it is we said that it's deal with the finance of the government, center, state and local that are studied in the science of to the public finance ਕੀ ਹੁੰਦਾ ਜਿਹਦੇ ਵਿੱਚ ਅਸੀਂ ਕੀ ਆ ਆਮਦਨ ਤੇ ਖਰਚਿਆਂ ਬਾਰੇ ਪੜ੍ਹਦੇ ਹਾਂ ਜਿਹੜੀ ਕਿ ਲੋਕਲ ਅਥਾਰਟੀਜ਼ ਹੁੰਦੀਆਂ ਨੇ ਜਾਂ ਲੋਕਲ ਪਬਲਿਕ ਅਥਾਰਟੀਜ਼ ਕਿਹੜੀਆਂ ਹੁੰਦੀਆਂ ਨੇ ਜਿਵੇਂ ਸਾਡੀ ਗਵਰਨਮੈਂਟ ਹੋ ਗਈ, ਸਟੇਟ ਗਵਰਨਮੈਂਟ, ਸੈਂਟਰ ਗਵਰਨਮੈਂਟ ਤੇ ਲੋਕਲ ਗਵਰਨਮੈਂਟ ਜਿਵੇਂ ਮਿਊਨਸੀਪਲ ਕਮੇਟੀਜ਼ ਜਾਂ ਸਾਡੀਆਂ ਨਗਰ ਪੰਚਾਇਤ ਹੁੰਦੀਆਂ ਨੇ ਉਹ ਵਾਲੀਆਂ। ਤਾਂ ਇਹ ਪਬਲਿਕ ਅਥਾਰਟੀ ਕੀ ਨੇ ਸਾਰੀਆਂ ਗਵਰਨਮੈਂਟਸ ਦੇ ਵਿੱਚ ਇਨਕਲੂਡ ਕੀਤੀਆਂ ਜਾਂਦੀਆਂ ਨੇ ਅਤੇ ਡੀਲ ਕਰਦੀਆਂ ਨੇ ਫਾਈਨੈਂਸ ਜਿਹੜਾ ਕਿ ਗਵਰਨਮੈਂਟ ਦੁਆਰਾ ਭੇਜਿਆ ਜਾਂਦਾ ਵਾ ਕਿਹੜੀ ਗਵਰਨਮੈਂਟ, ਸਟੇਟ, ਸੈਂਟਰ ਅਤੇ ਲੋਕਲ ਬੋਡੀਜ਼। ਅਤੇ ਅਸੀਂ ਇਹਦੇ ਬਾਰੇ ਸਟੱਡੀ ਕਰਦੇ ਹਾਂ ਵੀ ਇਹ ਕਿਸ ਤਰੀਕੇ ਨਾਲ ਪੈਸਾ ਲਾਉਂਦੇ ਅਤੇ ਕਿਸ ਤਰੀਕੇ ਨਾਲ ਚੱਕਦੇ ਨੇ। ਦੇਖੋ ਨੈਕਸਟ ਕੀ ਆ ਦੀ ਪ੍ਰੋਫੈਸਰ ਡੈਲਟਨਸ ਦੀ ਡਿਫਾਈਨ ਦੀ ਪਬਲਿਕ finance as it is concerned with the income and expenditure of public authorities with the adjustment of the one to another. In short, the public finance is the study of to the natural principles of the state expenditure and their revenues। ਵੀ ਜਿਹੜੇ ਡੈਲਟਨ ਨੇ ਉਹਨਾਂ ਨੇ ਦੱਸਿਆ ਕਹਿੰਦੇ ਜੀ ਜਿਹੜੀ ਪਬਲਿਕ ਫਾਈਨੈਂਸ ਹੁੰਦਾ ਵਾ ਉਹ ਕੀ ਹੁੰਦਾ ਵਾ ਉਹ ਇਨਕਮ ਅਤੇ ਸਾਡੇ ਆਮਦਨ ਦੇ ਖਰਚਿਆਂ ਨਾਲ ਡੀਲ ਕਰਦੀ ਹੈ ਜਿਹੜੀ ਕਿ ਪਬਲਿਕ ਅਥਾਰਟੀਜ਼ ਕਰਦੀਆਂ ਨੇ ਅਤੇ ਐਡਜਸਟ ਕਰਦੀ ਆ ਇੱਕ ਨੂੰ ਦੂਜੇ ਦੇ ਨਾਲ। ਇਨ ਸ਼ੋਰਟ ਦੇ ਵਿੱਚ ਅਸੀਂ ਇਹਦੀ ਸਟੱਡੀ ਜਿਹੜੀ ਕਰਦੇ ਹਾਂ ਉਹਦੇ ਵਿੱਚ ਅਸੀਂ ਨੇਚਰ ਪੜ੍ਹਦੇ ਹਾਂ ਉਹਦਾ ਵੀ ਕੀ ਹੋਏਗਾ ਅਤੇ ਉਹਦੇ ਵਿੱਚ ਕੀ ਕਾਨੂੰਨ ਯੂਜ਼ ਕੀਤੇ ਗਏ ਨੇ ਉਹਦੇ ਬਾਰੇ ਅਸੀਂ ਪੂਰੀ ਡਿਸਕਸ਼ਨ ਕਰਦੇ ਹਾਂ ਇਸ ਚੀਜ਼ ਦੇ ਉੱਤੇ ਹੀ। ਤਾਂ ਉਹਨੂੰ ਕੀ ਕਿਹਾ ਜਾਂਦਾ ਪਬਲਿਕ ਫਾਈਨੈਂਸ ਕਿਹਾ ਜਾਂਦਾ। ਨੈਕਸਟ ਹੈਗਾ ਵਾ ਡਾਇਰੈਕਟ ਟੈਕਸ ਕੀ ਹੁੰਦਾ ਵਾ। ਦੇਖੋ ਦੀ ਡਾਇਰੈਕਟ ਟੈਕਸ ਇਜ਼ ਦੀ ਵਨ ਆਫ which we cannot be shifted or pass on. It implies that to the cases of to the direct tax to the impact and immediately money burden of to the incidence of to the ultimate money burden on the one and one comes to the another person. According to the Daltons, the direct tax is really paid the persons whom and legally imposed। ਡਾਇਰੈਕਟ ਟੈਕਸ ਕੀ ਹੁੰਦਾ ਉਹ ਟੈਕਸ ਹੁੰਦਾ ਵਾ ਜਿਹੜਾ ਕਿ ਇੱਕ ਬੰਦਾ ਜਿਹੜਾ ਆਪਣੇ ਉੱਤੇ ਜਿਹੜਾ ਟੈਕਸ ਦਾ ਬਰਡਨ ਹੋਏਗਾ ਉਹ ਕਿਸੇ ਦੂਸਰੇ ਉੱਤੇ ਨਹੀਂ ਸ਼ਿਫਟ ਕਰ ਸਕਦਾ। ਇਹ ਡਾਇਰੈਕਟ ਟੈਕਸ ਹੁੰਦਾ ਵਾ ਜਿਵੇਂ ਕਿ ਇਨਕਮ ਟੈਕਸ ਆਏਗਾ ਤੁਹਾਡਾ ਵੀ ਜਿਹਦੀ ਇਨਕਮ ਜ਼ਿਆਦਾ ਹੋਏਗੀ ਉਹਦੇ ਉੱਤੇ ਟੈਕਸ ਲੱਗਦਾ ਵਾ ਤਾਂ ਉਹਨੂੰ ਅਸੀਂ ਇਨਕਮ ਟੈਕਸ ਕਹਿ ਦਿੰਦੇ ਹਾਂ। ਤਾਂ ਯਾਦ ਰੱਖਣਾ ਵੀ ਜਿਹੜੇ ਇੱਦਾਂ ਦੇ ਟੈਕਸ ਹੁੰਦੇ ਆ ਇਹ ਕੀ ਹੁੰਦੇ ਆ ਇੱਕ ਪਾਰਟੀ ਦੇ ਉੱਤੇ ਲੱਗਦੇ ਹੁੰਦੇ ਜਿਹੜੇ ਕਿ ਉਸ ਦੇ ਲਈ ਰਿਲਾਏਬਲ ਨੇ ਜਿਹੜੀਆਂ ਉਸ ਚੀਜ਼ ਨੂੰ ਪੇ ਕਰਨਾ ਵਾ ਜਿਹੜੇ ਬੰਦਿਆਂ ਨੇ ਤਾਂ ਉਸ ਚੀਜ਼ ਦੇ ਲਈ ਉਹ ਰਿਲਾਏਬਲ ਹੁੰਦੇ ਆ ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ ਡਾਇਰੈਕਟ ਟੈਕਸ ਕਹਿ ਦਿੰਦੇ ਹਾਂ। ਇਹਦਾ ਬਰਡਨ ਅਸੀਂ ਇੱਕ ਪਰਸਨ ਦੇ ਉੱਤੋਂ ਦੂਜੇ ਪਰਸਨ ਦੇ ਉੱਤੇ ਸ਼ਿਫਟ ਨਹੀਂ ਕਰ ਸਕਦੇ, ਇਹ ਯਾਦ ਰੱਖਣਾ ਵਾ। ਨੈਕਸਟ ਕੀ ਆ ਇੰਡਾਇਰੈਕਟ ਟੈਕਸ ਕੀ ਹੁੰਦੇ ਆ। ਇੰਡਾਇਰੈਕਟ ਟੈਕਸ ਇਜ਼ ਅ ਵਨ ਵਿਚ ਕੈਨ ਬੀ ਸ਼ਿਫਟਡ ਐਂਡ ਪਾਸ ਔਨ। ਇਨ ਦੀ ਕੇਸਿਸ ਆਫ ਇੰਡਾਇਰੈਕਟ ਟੈਕਸ the immediately money burdens or ultimate money burdens tax are to be different persons. According to Dalton, the indirect tax is imposed onto the one persons and paid the partly and wholly by the another. So the quantity tax, sales tax, excise tax etc are the group of indirect tax। indirect tax ਕਿਹੜਾ ਹੁੰਦਾ ਵਾ ਉਹ ਟੈਕਸ ਹੁੰਦਾ ਵਾ ਜਿਹਨੂੰ ਕੀ ਅਸੀਂ ਸ਼ਿਫਟ ਕਰਦੇ ਹਾਂ ਇੱਕ ਪਰਸਨ ਦੂਸਰੇ ਪਰਸਨ ਦੇ ਉੱਤੇ ਸ਼ਿਫਟ ਕਰ ਦਿੰਦਾ ਤਾਂ ਉਹਨੂੰ ਅਸੀਂ ਇੰਡਾਇਰੈਕਟ ਟੈਕਸ ਕਹਿੰਦੇ ਹਾਂ। ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਆ GST। ਅੱਜ ਦੇ ਜ਼ਮਾਨੇ ਦੇ ਸਭ ਤੋਂ ਵੱਡਾ ਟੈਕਸ ਮੰਨਿਆ ਜਾਂਦਾ ਇੰਡੀਆ ਦੇ ਵਿੱਚ ਇੰਡਾਇਰੈਕਟ ਟੈਕਸ ਦਾ। ਵੀ ਜਿਹੜੀ ਵੀ ਚੀਜ਼ ਅਸੀਂ ਲੈਂਦੇ ਹਾਂ ਫੋਰ ਐਗਜ਼ਾਮਪਲ ਵੀ ਤੁਸੀਂ ਇੱਕ ਸ਼ੌਪਕੀਪਰ ਤੋਂ ਕੋਈ ਵੀ ਲੈਂਦੇ ਹੋ ਚਾਹੇ ਤੁਸੀਂ ਪੈਨ ਲੈਂਦੇ ਹੋ ਉਹ ਪੈਨ ਜੋ ਸਾਨੂੰ ਉਹ 10 ਰੁਪਏ ਦਾ ਚਾਰਜ ਕਰਦਾ ਤਾਂ ਇਸਦਾ ਮਤਲਬ ਕੀ ਆ ਵੀ ਉਹ 10 ਰੁਪਏ ਦਾ ਪੈਨ ਉਹਨੂੰ ਨਹੀਂ ਪਿਆ ਹੋਣਾ ਉਹਨੂੰ ਜਾਂ 8 ਜਾਂ 7 ਰੁਪਏ ਦਾ ਪਿਆ ਹੋਣਾ। ਹੁਣ ਜਿਹੜਾ ਉਹਨੇ 8 ਜਾਂ 7 ਰੁਪਏ ਵੀ ਦਿੱਤੇ ਨੇ ਉਹਦੇ ਵਿੱਚ ਉਹਦਾ ਟੈਕਸ ਇਨਕਲੂਡ ਹੁੰਦਾ ਵਾ
ਵੀ ਜਾਣੀ ਕਿ ਸਾਰੇ ਖਰਚੇ ਪਾ ਕੇ ਉਹਨੂੰ 8 ਰੁਪਏ ਦਾ ਪਿਆ ਹੁੰਦਾ, ਗਵਰਨਮੈਂਟ ਨੂੰ ਉਹਨੇ ਟੈਕਸ ਵੀ ਪੇ ਕੀਤਾ ਹੁੰਦਾ। ਜਦੋਂ ਸਾਨੂੰ 10 ਰੁਪਏ ਦਾ ਪੇ ਕਰਦਾ, ਇਸ ਦਾ ਮਤਲਬ ਕੀ ਆ ਵੀ ਜਿਹੜਾ ਉਹਨੇ 8 ਰੁਪਏ ਦੇ ਵਿੱਚ ਟੈਕਸ ਪੇ ਕੀਤਾ ਹੋਣਾ ਉਹਦਾ ਅਲਟੀਮੇਟਲੀ ਬਰਡਨ ਸਾਡੇ ਉੱਤੇ ਪਾ ਦਿੰਦਾ ਵਾ, ਜਾਣੀ ਕਿ ਉਹ ਕੀ ਆ 10 ਰੁਪਏ ਦੇ ਵਿੱਚ ਉਹ ਬਰਡਨ ਸਾਡੇ ਉੱਤੇ ਸ਼ਿਫਟ ਹੋ ਗਿਆ। ਕਿਉਂਕਿ ਉਹਦੇ ਉੱਤੇ ਦੇਖੋਗੇ ਕਿਸੇ ਵੀ ਪੈਨ ਦੇ ਉੱਤੇ ਇੱਕ ਲਿਖਿਆ ਹੁੰਦਾ MRP, ਮਾਰਕੀਟ ਰਿਟੇਲ ਪ੍ਰਾਈਸ, ਇਹ ਤੋਂ ਵੱਧ ਉਹ ਵੇਚ ਨਹੀਂ ਸਕਦਾ। ਜੇਕਰ ਉੱਤੇ 10 ਰੁਪਏ ਲਿਖਿਆ ਤਾਂ ਇਹਦਾ ਮਤਲਬ ਕੀ ਹੁੰਦਾ, ਉਹਦੇ ਵਿੱਚ ਜੋ ਤੁਸੀਂ ਦੇਖੋ ਨਾ ਉਹਦੇ ਬ੍ਰੈਕਟ ਦੇ ਵਿੱਚ ਲਿਖਿਆ ਹੁੰਦਾ ਆਲ ਟੈਕਸਿਸ ਆਰ ਇਨਕਲੂਡਡ, ਵੀ ਜਿਹੜੇ ਵੀ ਟੈਕਸ ਇੱਕ ਰਿਟੇਲਰ, ਇੱਕ ਹੋਲਸੇਲਰ ਜਾਂ ਇੱਕ ਪ੍ਰੋਡਿਊਸਰ ਪੇ ਕਰ ਚੁੱਕਿਆ ਹੁੰਦਾ ਉਹ ਸਾਰਾ ਟੈਕਸ ਕਿਹਦੇ ਉੱਤੇ ਚਲਾ ਜਾਂਦਾ, ਕਸਟਮਰ ਉੱਤੇ ਚਲਾ ਜਾਂਦਾ। ਅਤੇ ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਇਨਡਾਇਰੈਕਟ ਟੈਕਸ ਕਹਿ ਦਿੰਦੇ ਹਾਂ। ਨੈਕਸਟ ਕੀ ਆ 14th ਕੁਐਸਚਨ ਆ, ਵਟ ਇਜ਼ ਮੈਂਟ ਬਾਈ ਦੀ ਪਬਲਿਕ ਐਕਸਪੈਂਡੀਚਰ, ਹਾਊ ਮੈਨੀ ਟਾਈਪਸ ਆਫ ਟੂ ਦੀਆਂ ਪਬਲਿਕ ਐਕਸਪੈਂਡੀਚਰਸ ਆਰ ਪੋਸੀਬਲ, ਵੀ ਪਬਲਿਕ ਦਾ ਜਿਹੜਾ ਖਰਚਾ ਹੁੰਦਾ ਉਹ ਕੀ ਹੁੰਦਾ ਵਾ ਅਤੇ ਉਹ ਕਿੰਨੇ ਤਰ੍ਹਾਂ ਦਾ ਹੁੰਦਾ ਵਾ, ਅਤੇ ਤੁਸੀਂ ਉਹਦੀਆਂ ਟਾਈਪਸ ਦੱਸਣੀਆਂ ਨੇ, ਉਹਨੂੰ ਕਿਸ ਤਰੀਕੇ ਨਾਲ ਅਸੀਂ ਬਣਾ ਸਕਦੇ ਹਾਂ, ਉਹਨੂੰ ਕਿਸ ਤਰੀਕੇ ਨਾਲ ਚਲਾ ਸਕਦੇ ਹਾਂ। ਦੇਖੋ ਪਬਲਿਕ ਡੈਟ ਇਜ਼ ਰਾਈਜ਼ ਡਿਊ ਟੂ ਦੀ ਬੋਰਿੰਗਸ ਬਾਈ ਦੀ ਗਵਰਨਮੈਂਟ, the government may be borrow from to the banks, business organization and business house and individual. The borrowings of the government may be within in the countries from to the outside of the country or both. The thus to the public debts, the public debt which is the states on to the subject or to the national to the other countries। ਪਬਲਿਕ ਫਾਈਨੈਂਸ ਦਾ ਮਤਲਬ ਜਾਂ ਪਬਲਿਕ ਡੈਟ ਦਾ ਮਤਲਬ ਕੀ ਹੁੰਦਾ ਵੀ ਉਹ ਪੈਸੇ ਜਿਹੜਾ ਕਿ ਇੱਕ ਗੌਰਮੈਂਟ ਲੋਕਾਂ ਤੋਂ ਲੈਂਦੀ ਆ, ਕਿਸ ਫਾਰਮ ਦੇ ਵਿੱਚ, ਚਾਹੇ ਉਹ ਬੈਂਕਸ ਤੋਂ ਲੈ ਲਵੇ, ਚਾਹੇ ਉਹ ਬਿਜ਼ਨਸ ਆਰਗੇਨਾਈਜੇਸ਼ਨ ਤੋਂ ਲੈ ਲਵੇ, ਚਾਹੇ ਉਹ ਬਿਜ਼ਨਸ ਹਾਊਸਿਸ ਤੋਂ ਲੈ ਲਵੇ, ਚਾਹੇ ਉਹ ਇਕੱਲੇ ਬੰਦੇ ਤੋਂ ਲੈ ਲਵੇ ਇੱਕ ਗੌਰਮੈਂਟ। ਤਾਂ ਇਹ ਸਾਰੀਆਂ ਕੀ ਹੁੰਦੀਆਂ ਨੇ, ਗੌਰਮੈਂਟ ਦੀਆਂ ਦੇਣਦਾਰੀਆਂ ਹੁੰਦੀਆਂ ਨੇ। ਉਹ ਕੀ ਆ, ਉਹ ਆਪਣੀ ਕੰਟਰੀ ਤੋਂ ਵੀ ਲੈ ਸਕਦੀ ਹੈ, ਕੰਟਰੀ ਤੋਂ ਬਾਹਰ ਵੀ ਲੈ ਸਕਦੀ ਹੈ, ਡਿਪੈਂਡ ਕਰਦਾ ਉਹਨਾਂ ਦੇ ਉੱਤੇ। ਅਤੇ ਉਹਨੂੰ ਅਸੀਂ ਕੀ ਕਹਿੰਦੇ ਹਾਂ, ਪਬਲਿਕ ਡੈਟ ਕਹਿ ਦਿੰਦੇ ਹਾਂ। ਟਾਈਪਸ ਆਫ ਪਬਲਿਕ ਡੈਟਸ ਕਿੰਨੇ ਹੁੰਦੇ ਆ, ਉਹ ਕਹਿੰਦੇ ਪਬਲਿਕ ਡੈਟਸ ਜਿਹੜੇ ਨੇ ਉਹ 2 ਤਰ੍ਹਾਂ ਦੇ ਹੁੰਦੇ ਆ। ਦੇਖੋ ਪਹਿਲਾ ਹੈਗਾ ਵਾ ਇੰਟਰਨਲ ਡੈਟ, ਪਹਿਲਾ ਹੈਗਾ ਇੰਟਰਨਲ ਡੈਟ। ਹੁਣ ਇੰਟਰਨਲ ਡੈਟ ਕੀ ਹੁੰਦਾ ਵਾ, ਉਹ ਡੈਟ ਜਿਹੜਾ ਕਿ ਅਸੀਂ ਇੰਟਰਨਲੀ ਪੇ ਕਰਦੇ ਹਾਂ। ਦੇਖੋ ਕੀ ਲਿਖਿਆ, ਰੈਫਰਸ ਟੂ ਦੀ ਪਬਲਿਕ loan forced to their countries internally, their government may be borrowed from to their citizen, commercial banks and other financial institutions, their money market and from to their central bank. Their government rises to their internal debt by the issue of their various types of to their bonds of their government, national saving certificate and Indira Vikas ਪੱਤਰਾ ਐਕਸੈਕਟਰਾ। ਇੰਟਰਨਲ ਜਿਹੜੇ ਡੈਟਸ ਹੁੰਦੇ ਆ ਉਹ ਕੀ ਹੁੰਦੇ ਆ ਵੀ ਇੱਕ ਜਿਹੜੀ ਗੌਰਮੈਂਟ ਆ ਉਹ ਲੋਨ ਲੈਂਦੀ ਆ ਪਬਲਿਕ ਤੋਂ, ਉਹਨੂੰ ਅਸੀਂ ਇੰਟਰਨਲੀ ਜਾਣੀ ਕਿ ਉਹ ਗੌਰਮੈਂਟ ਕੀ ਆ ਕੰਟਰੀ ਦੇ ਅੰਦਰੋਂ ਹੀ ਆਪਣੇ ਬੰਦਿਆਂ ਤੋਂ ਪੈਸਾ ਲਏਗੀ, ਚਾਹੇ ਉਹ ਕਮਰਸ਼ੀਅਲ ਬੈਂਕਸ ਤੋਂ ਲੈ ਲਵੇ, ਚਾਹੇ ਉਹ ਸੈਂਟਰਲ ਬੈਂਕ ਤੋਂ ਲੈ ਲਵੇ, ਚਾਹੇ ਉਹ ਕਿਸੇ ਇੱਕ ਇਕੱਲੇ ਬੰਦੇ ਤੋਂ ਲੈ ਲਵੇ ਜਾਂ ਫਾਈਨੈਂਸ਼ੀਅਲ ਇੰਸਟੀਟਿਊਟ ਤੋਂ ਲੈ ਲਵੇ, ਤਾਂ ਉਹ ਸਾਰੇ ਕੀ ਨੇ ਇੰਟਰਨਲ ਡੈਟ ਕਹਾਉਂਦੇ ਆ। ਹੁਣ ਦੇਖੋ ਅਗਲਾ ਕੀ ਆ external debts। The external debts refers to the borrowing from to the external resources from to the individual and bank of the foreign countries, the foreign government and international financial institute। external debt ਕਿਹੜੇ ਹੁੰਦੇ ਆ, ਉਹ ਡੈਟਸ ਹੁੰਦੇ ਆ ਜਿਹੜੇ ਕਿ ਅਸੀਂ ਬਾਹਰਲੀ ਕੰਟਰੀਆਂ ਨੂੰ ਪੈਸੇ ਕੀ ਆ ਪੇ ਕਰਦੇ ਹਾਂ ਐਕਸਟਰਨਲ ਫਾਰਮ ਦੇ ਵਿੱਚ, ਜਿਹਦੇ ਵਿੱਚ ਇੰਡੀਵਿਜੂਅਲ ਵੀ ਆਉਂਦਾ ਵਾ, ਇਕੱਲਾ ਬੰਦਾ ਵੀ ਆਉਂਦਾ ਵਾ, ਅਤੇ ਬੈਂਕ ਦੇ ਜਿਹੜੇ ਫੋਰਨ ਕੰਟਰੀਜ਼ ਤੋਂ ਪੈਸਾ ਲੈ ਸਕਦੀ ਹੈ ਜਾਂ ਬਾਹਰਲੀ ਦੇਸ਼ ਦੀਆਂ ਗੌਰਮੈਂਟਸ ਤੋਂ ਲੈ ਸਕਦੀਆਂ ਜਾਂ ਵਰਲਡ ਬੈਂਕ ਤੋਂ ਲੈ ਸਕਦੀਆਂ ਜਾਂ ਕੋਈ ਵੀ ਫਾਈਨੈਂਸ਼ੀਅਲ ਇੰਸਟੀਟਿਊਟ ਜਿਹੜਾ ਕਿ ਇੰਡੀਆ ਦੇ ਵਿੱਚ ਨਹੀਂ ਸਗੋਂ ਇੰਡੀਆ ਤੋਂ ਬਾਹਰ ਹੋਣਗੇ, ਤਾਂ ਉਹ ਸਾਰੇ ਕੀ ਨੇ ਐਕਸਟਰਨਲ ਡੈਟ ਕਹਾਉਂਦੇ ਆ। ਦੀ ਐਕਸਪਲੇਨ ਟੂ ਦੀ ਕੰਸੈਪਟ ਆਫ ਟੂ ਦੀ ਪਾਵਰਟੀ ਲਾਈਨ। ਵਟ ਇਜ਼ ਦੀ ਲਿਮਿਟ ਆਫ ਟੂ ਦੀ ਪਾਵਰਟੀ ਲਾਈਨ ਇਨ ਇੰਡੀਆ। ਅਸੀਂ ਦੱਸਣਾ ਵੀ ਗਰੀਬੀ ਰੇਖਾ ਕੀ ਹੁੰਦੀ ਹੈ ਅਤੇ ਭਾਰਤ ਦੇ ਵਿੱਚ ਗਰੀਬੀ ਰੇਖਾ ਕਿਵੇਂ ਡਿਸਾਈਡ ਕੀਤੀ ਜਾਂਦੀ ਹੈ ਉਹਦੇ ਬਾਰੇ ਦੱਸਣਾ ਵਾ। The concept of to the poverty line is used to the measure the poverty of the country। The people who live below to the poverty line is called poor। ਵੀ ਜਿਹੜੇ ਉਹ ਬੰਦੇ ਹੁੰਦੇ ਆ ਜਿਹੜੇ ਕਿ ਗਰੀਬੀ ਰੇਖਾ ਤੋਂ ਜਿਹੜੀ ਕੰਟਰੀ ਨੇ ਬਣਾਈ ਗਈ ਆ ਉਸ ਨੂੰ ਮੇਜਰ ਕਰਨ ਦੇ ਲਈ ਵੀ ਗਰੀਬੀ ਕਿੰਨੀ ਆ, ਜਿਹੜੇ ਉਸ ਬੰਦੇ ਉਸ ਲਾਈਨ ਤੋਂ ਥੱਲੇ ਆਉਂਦੇ ਆ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਪੂਅਰ ਕਹਿ ਦਿੰਦੇ ਹਾਂ। ਹੁਣ ਦੇਖੋ ਅੱਗੇ ਕੀ ਆ, ਦੀ ਪੂਅਰ ਲਾਈਨ ਇਜ਼ ਸਿਗਨੀਫਾਈਂਗ ਦੀ ਸਮ ਆਫ ਦੀ ਨੀਡ ਆਫ ਦੀ ਪੀਪਲਸ ਟੂ ਮੀਟ ਹਿਜ਼ ਦੀ ਮਿਨੀਮਮ ਕੰਜ਼ੰਪਸ਼ਨਸ ਨੀਡਸ ਪਰ ਮੰਥ। ਇਨ ਦੀ ਅਦਰ ਵਰਡਸ ਦੀ ਪਾਵਰਟੀ ਲਾਈਨ ਇਜ਼ ਮੀਨਸ ਦੀ ਸਮ ਆਫ ਵਿਚ ਆਫ ਦੀ ਰਿਕੁਆਇਰਮੈਂਟ ਆਫ ਦੀ people monthly to meets their minimum needs, food, clothing, house, education and health etc। ਦੀ ਪਾਵਰਟੀ ਲਾਈਨ ਕੀ ਹੁੰਦੀ ਆ, ਉਹ ਲਾਈਨ ਹੁੰਦੀ ਆ ਜਿਹਦੇ ਵਿੱਚ ਲੋਕ ਆਪਣੀਆਂ ਮਿਨੀਮਮ ਜ਼ਰੂਰਤਾਂ ਜਿਹੜੀਆਂ ਮਿਨੀਮਮ ਉਹਦੀਆਂ ਜ਼ਰੂਰਤਾਂ ਨੇ ਹਰੇਕ ਬੰਦੇ ਦੀਆਂ ਉਹਨੂੰ ਪੂਰਾ ਕਰ ਸਕੇ, ਤਾਂ ਜੋ ਕੀ ਆ ਉਹ ਆਪਣੀ ਮੰਥ ਦੇ ਵਿੱਚ ਜਿਹੜੀਆਂ ਚੀਜ਼ਾਂ ਉਹਨੂੰ ਲੋੜ ਆ ਉਸ ਚੀਜ਼ ਨੂੰ ਮੀਟ ਕਰ ਸਕੇ ਜਾਂ ਉਹਨੂੰ ਪੂਰਾ ਲੈ ਸਕੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਪਾਵਰਟੀ ਲਾਈਨ ਕਹਿੰਦੇ ਹਾਂ। ਉਹਦੇ ਵਿੱਚ ਉਹਦਾ ਖਾਣਾ ਆਉਂਦਾ, ਕੱਪੜੇ ਆਉਂਦੇ ਆ, ਘਰ ਆਉਂਦੇ ਆ, ਪੜ੍ਹਾਈ ਆਉਂਦੀ ਆ ਅਤੇ ਉਹਦੀ ਹੈਲਥ ਆਉਂਦੀ ਆ, ਤਾਂ ਇਸ ਚੀਜ਼ ਨੂੰ ਲਿਆ ਜਾਂਦਾ ਵਾ। ਨੈਕਸਟ ਹੈਗਾ ਲਿਮਿਟ ਆਫ ਦੀ ਪਾਵਰਟੀ ਲਾਈਨ ਇਨ ਇੰਡੀਆ ਇਜ਼ ਬੁਕਿੰਗ ਟੂ ਦੀ ਬੁੱਕ ਪਾਵਰਟੀ ਇਨ ਇੰਡੀਆ। BM ਦਿਵਾਕਰ and N Niketan Rath are to the opinions of these who do to the foods getting to the 20 to 50 calories for to the consider as a poor
India order to get their food of to their 2250 calories. Their per capita income is their rural area and the urban area must be 15 rupees and 22.5 rupees respectively in their 90 20 61 प्राइसिस। कहते पोवर्टी लाइन जी एक फिक्स की गई किताब बनाई हुई है लिखी हुई है पावर्टी इन इंडिया जी लिखी है दिवाकर जी ने तो एक नीलकंठ रथ ने लिखी है। उन्होंने ओपीनियन दिता भी वो बंदा जोड़ा कि 2250 कैलोरी नहीं लै रहा वा वो पुअर कंसीडर होएगा तो जोड़ा वो पर कैपिटल इनकम जोड़े कि एक ਪਿੰਡਾਂ ਦੇ ਵਿੱਚ ਕਿੰਨੀਆਂ 15 ਰੁਪਏ ਅਤੇ ਸ਼ਹਿਰਾਂ ਦੇ ਵਿੱਚ 22.5 ਰੁਪਏ ਹੋਈ ਤਾਂ ਉਹ ਗਰੀਬੀ ਰੇਖਾ ਦੇ ਜੇਕਰ ਉਹ ਇੰਨਾ ਨਹੀਂ ਕਮਾ ਰਿਹਾ ਤਾਂ ਉਹ ਗਰੀਬੀ ਰੇਖਾ ਤੋਂ ਥੱਲੇ ਆ। ਤਾਂ ਇਹ ਪ੍ਰਾਈਸ ਕਿਹੜੇ ਨੇ 1920 ਅਤੇ 61 ਦੇ ਜਿਹੜੇ ਪ੍ਰਾਈਸਿਸ ਨੇ ਉਹਦੇ ਅਕੋਰਡਿੰਗ ਇਹ ਡਿਸਾਈਡ ਕੀਤਾ ਗਿਆ ਵਾ। ਨੈਕਸਟ ਹੈਗਾ ਪਲੈਨਿੰਗ ਕਮਿਸ਼ਨਸ has to be defined to the poverty line in the basis on to the recommendation of to the nutrition intake of to the 2400 calories per month per person per day of the rural area and 21 calories per person per day urban area on the basis of to the rupees terms the poverty lines work out on to the 1407 per head per month of the rural area and 972 per head per month urban area both of to the 2013-14 prices। 21.9% of to the population is below poverty line in India during to the 11-12 ਸੈਂਸਿਸ ਦੇ ਅਕੋਰਡਿੰਗ ਵੀ ਜਿਹੜਾ ਅਸੀਂ ਦੇਖਿਆ ਜਾਵੇ ਵੀ ਪਲੈਨਿੰਗ ਕਮਿਸ਼ਨ ਨੇ ਇੱਕ ਡਿਫਾਈਨ ਕੀਤਾ ਵਾ ਵੀ ਗਰੀਬੀ ਰੇਖਾ ਕੀ ਆ। ਜਿਹੜਾ ਬੰਦਾ ਜਿਹੜਾ ਨਿਊਟ੍ਰੀਸ਼ਨ ਦੇ ਅਕੋਰਡਿੰਗ ਯਾਨੀ ਕਿ ਉਹਦੇ ਖਾਣੇ ਦੇ ਵਿੱਚ ਜੇਕਰ 2400 ਕੈਲਰੀ ਪਰ ਬੰਦਾ ਲੈ ਰਿਹਾ ਵਾ ਰੂਰਲ ਏਰੀਆ ਦੇ ਵਿੱਚ ਹਰੇਕ ਦਿਨ ਦੇ 2100 ਕੈਲਰੀ ਲੈ ਰਿਹਾ ਉਹ ਬੰਦਾ ਅਰਬਨ ਏਰੀਆ ਦੇ ਵਿੱਚ ਤਾਂ ਉਹ ਗਰੀਬੀ ਰੇਖਾ ਗਰੀਬ ਨਹੀਂ ਹੈਗਾ। ਜੇਕਰ ਇਹਦੋਂ ਘੱਟ ਲੈ ਰਿਹਾ ਤਾਂ ਉਹ ਗਰੀਬ ਆ। ਅਤੇ ਉਹਨਾਂ ਨੇ ਉਹਦੇ ਪੈਸਿਆਂ ਦੇ ਅਕੋਰਡਿੰਗ ਦੱਸਿਆ ਵਾ ਵੀ ਜਿਹੜਾ ਬੰਦਾ 1470 ਰੁਪਏ ਕਮਾ ਰਿਹਾ ਵਾ ਪਰ ਮੰਥ ਰੂਰਲ ਏਰੀਏ ਦੇ ਵਿੱਚ ਅਤੇ ਜਿਹੜਾ ਅਰਬਨ ਏਰੀਏ ਦੇ ਵਿੱਚ 972 ਰੁਪਏ ਕਮਾ ਰਿਹਾ ਵਾ 13-14 ਦੇ ਪ੍ਰਾਈਸਿਸ ਦੇ ਅਕੋਰਡਿੰਗ ਤਾਂ ਉਹ ਬੰਦੇ ਗਰੀਬੀ ਰੇਖਾ ਤੋਂ ਥੱਲੇ ਨਹੀਂ ਹੈਗੇ। ਜੇਕਰ ਇਦੋਂ ਘੱਟ ਨੇ ਤਾਂ ਉਹ ਗਰੀਬੀ ਰੇਖਾ ਤੋਂ ਥੱਲੇ ਨੇ। 21.9% ਜਿਹੜੇ ਲੋਕ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਨੇ 2011-12 ਦੀ ਜਿਹੜੀ ਜਨਗਣਨਾ ਹੋਈ ਸੀ ਉਹਦੇ ਅਕੋਰਡਿੰਗ। 16 ਕੁਐਸਚਨ ਆ ਡਿਫਾਈਨ ਟੂ ਦੀ ਗਰੋਥ ਰੇਟ ਐਂਡ ਹਾਊ ਕੈਨ ਬੀ ਕੈਲਕੂਲੇਟ ਵੀ ਗਰੋਥ ਰੇਟ ਕੀ ਹੁੰਦੀ ਹੈ ਅਤੇ ਉਹਨੂੰ ਕਿਵੇਂ ਕੈਲਕੂਲੇਟ ਕੀਤਾ ਜਾਂਦਾ। ਦੇਖੋ ਗਰੋਥ ਰੇਟ ਇਜ਼ ਦੀ ਪਰਸੈਂਟੇਜ ਰੇਟ ਵਿਚ ਇਜ਼ ਟੂ ਬੀ ਆ ਨੋਨ ਦੈਟ ਟੂ ਦੀ ਕੰਪੈਰੀਜ਼ਨ ਆਫ ਦੀ 1 ਈਅਰ ਹਾਊ ਮਚ ਟੂ ਦੀ ਪਰਸੈਂਟੇਜ ਚੇਂਜ ਇਨ ਦੀ ਟੈਕ ਆਫ ਟੂ ਦੀ ਪਲੇਸ ਆਫ ਦੀ ਨੈਸ਼ਨਲ ਇਨਕਮ ਪਰ ਕੈਪੀਟਾ ਇਨਕਮ ਆਫ ਦੀ ਐਨੀ ਅਦਰ ਈਅਰ। ਕੈਲਕੂਲੇਸ਼ਨ ਕਿਵੇਂ ਕੀਤੀ ਜਾਂਦੀ ਹੈ। ਪਰ ਕੈਪੀਟਾ ਇਨਕਮ ਕੀ ਹੁੰਦੀ ਆ ਉਹ ਇਨਕਮ ਜਿਹੜੀ ਕਿ ਸਾਡਾ ਅਸੀਂ ਪਰਸੈਂਟੇਜ ਚੇਂਜ ਦੇਖਦੇ ਹਾਂ ਨੈਸ਼ਨਲ ਇਨਕਮ ਦੇ ਵਿੱਚ ਜਿਹੜਾ ਜਾਂ ਫਿਰ ਪਰ ਕੈਪੀਟਾ ਇਨਕਮ ਦੇ ਵਿੱਚ ਜਿਹੜੇ ਅਦਰ ਈਅਰ ਦੇ ਨਾਲ ਆਉਂਦੀ ਆ। ਦੇਖੋ ਕੀ ਹੈ ਇਹਦਾ ਫਾਰਮੂਲਾ ਚੇਂਜ ਇਨ ਪਰ ਕੈਪੀਟਾ ਇਨਕਮ ਵੀ ਇੱਕ ਬੰਦੇ ਦੀ ਜਿਹੜੀ ਪਰ ਕੈਪੀਟਾ ਇਨਕਮ ਦੇ ਵਿੱਚ ਕਿੰਨਾ ਚੇਂਜ ਆਇਆ ਅਤੇ ਓਰੀਜਨਲ ਪਰ ਕੈਪੀਟਾ ਇਨਕਮ ਕਿੰਨੀ ਸੀ ਉਹਦੇ ਨਾਲ ਡਿਵਾਈਡ ਕਰਕੇ ਅਤੇ 100 ਨਾਲ ਮਲਟੀਪਲਾਈ ਕਰ ਦਿਓ ਤੁਹਾਡੀ ਗਰੋਥ ਰੇਟ ਨਿਕਲਿਆ। ਸਪੋਜ਼ ਜਿਹੜਾ 2011 ਦੇ ਵਿੱਚ ਜਿਹੜੀ ਪਰ ਕੈਪੀਟਾ ਇਨਕਮ ਸੀਗੀ ਉਹ ਸਾਡੀ 10,000 ਸੀਗੀ ਅਤੇ ਹੁਣ ਦੇਖੋ ਜੀ ਇਨਕਰੀਜ਼ ਇਨਟੂ ਦੀ 12,000 ਹੁਣ 12,000 ਹੋ ਗਈ 2002 ਦੇ ਵਿੱਚ। ਤਾਂ ਕਲੀਅਰਲੀ ਆ ਵੀ ਸਾਡੇ ਜਿਹੜੀ ਪਰ ਕੈਪੀਟਾ ਇਨਕਮ ਦੇ ਵਿੱਚ ਚੇਂਜ ਕਿੰਨਾ ਆ 2000 ਦਾ ਆ। ਤਾਂ ਹੁਣ ਦੇਖੋ ਇਹਨੂੰ ਕਿਵੇਂ ਕੈਲਕੂਲੇਟ ਕੀਤਾ ਉਹਨਾਂ ਨੇ। ਫਿਰ ਉਹਨਾਂ ਨੇ ਲਿਖਿਆ ਦੇਖੋ ਜੀ ਇਨੀਸ਼ੀਅਲ ਜਿਹੜੀ ਸਾਡੀ ਕੈਪੀਟਲ ਸੀਗੀ ਪਰ ਕੈਪੀਟਾ ਇਨਕਮ 10,000 ਸੀ ਅਤੇ ਜਿਹੜੀ ਸਾਡੀ ਗਰੋਥ ਰੇਟ ਸੀਗੀ ਉਹ ਕਿੰਨੀ ਆ 2000 ਜਿਹੜਾ ਚੇਂਜ ਆਇਆ 2000 ਡਿਵਾਈਡ ਬਾਏ 10 ਜਿਹੜੀ ਪਹਿਲਾਂ ਦੀ ਸੀ ਉਹਨੂੰ 100 ਨਾਲ ਡਿਵਾਈਡ ਕੀਤਾ ਤਾਂ 20% ਜਿਹੜੀ ਗਰੋਥ ਰੇਟ ਆ ਸਾਡੀ ਆ ਗਈ। ਨੈਕਸਟ 12ਵਾਂ ਕੁਐਸਚਨ ਆ what is meant by the foreign aids and what is the main forms of to the foreign aids। foreign aid ਕੀ ਹੁੰਦੀਆਂ ਨੇ ਅਤੇ foreign aids ਦੇ ਕਿਹੜੇ ਫਾਰਮਸ ਨੇ। ਦੇਖੋ ਕੀ ਆ in the economy there the terms of the foreign trade in interrupted in the wider sense the foreign and we means to the foreign capitals or loans or foreign grants in the other words inflow of to the external assistance in the form of to the foreign capital loan grants by the government foreign governments private individuals and business organization of the foreign bank international banks institutes in the terms of foreign aids। foreign aid ਕੀ ਹੁੰਦੀ ਆ ਵੀ ਜਿਹੜੀ ਵਿਦੇਸ਼ੀ ਸਹਾਇਤਾ ਸਾਨੂੰ ਮਿਲਦੀ ਆ ਜਿਹੜੇ ਕਿ ਵਿਦੇਸ਼ੀ ਲੋਕਾਂ ਦੁਆਰਾ ਸਾਡੇ ਵਿੱਚ ਪੈਸਾ ਲਾਇਆ ਜਾਂਦਾ ਜਾਂ ਸਾਨੂੰ ਲੋਨ ਦਿੱਤਾ ਜਾਂਦਾ ਜਾਂ ਸਾਨੂੰ ਗ੍ਰਾਂਟ ਦਿੱਤੀ ਜਾਂਦੀ ਆ ਤਾਂ ਉਹ ਸਾਰੀਆਂ ਚੀਜ਼ਾਂ ਕੀ ਨੇ ਫੋਰਨ ਏਡਸ ਦੇ ਵਿੱਚ ਆਉਂਦੇ ਨੇ ਵਿਦੇਸ਼ੀ ਸਹਾਇਤਾ ਦੇ ਵਿੱਚ ਆਉਂਦੀਆਂ ਨੇ। ਇਹਦੇ ਵਿੱਚ ਕੀ ਹੁੰਦਾ ਵਾ ਵੀ ਬਾਹਰਲੇ ਲੋਕਾਂ ਦੁਆਰਾ ਸਾਨੂੰ ਪੈਸਾ ਅੰਦਰ ਭੇਜਿਆ ਜਾਂਦਾ ਵਾ ਤਾਂ ਜੋ ਕੀ ਆ ਉਹ ਸਾਨੂੰ ਚਾਹੇ ਉਹ ਪੈਸਾ ਆਪ ਲਾ ਦੇਣ ਚਾਹੇ ਉਹ ਲੋਨ ਦੇ ਦੇਣ ਚਾਹੇ ਸਾਨੂੰ ਗ੍ਰਾਂਟ ਦੇ ਦੇਣ। ਇਹ ਇਕੱਲਾ ਬੰਦਾ ਵੀ ਦੇ ਸਕਦਾ ਪ੍ਰਾਈਵੇਟ ਇੰਸਟੀਟਿਊਟ ਜਾਂ ਬਿਜ਼ਨਸ ਔਰਗਨਾਈਜੇਸ਼ਨ ਕੋਈ ਵੀ ਸਾਨੂੰ ਪੈਸਾ ਦੇ ਸਕਦਾ ਵਾ।
टाइप्स ऑफ फॉरन एड किन्नियां ने देखो, पहला हैगा फॉरन कैपिटल, फॉरन लोन ते फॉरन ग्रांट। ये 3 वे ने जिहदे नाल असीं बाहरों पैसा सानूं मिल सकदा वा। 18th क्वेश्चन आ डिफाइन टू द बैलेंस ऑफ पेमेंट एंड मेन आइटम्स ऑफ टू द बैलेंस ऑफ पेमेंट। बैलेंस ऑफ पेमेंट यानी कि भुगतान दे विच संतुलन दा की भाव है, ते इहदे विच किहड़ियां-किहड़ियां आइटमां असीं इनकलूड करदे हां। देखो दी अकाउंट्स ऑफ टू द रिसिप्टेंट पेमेंट ऑफ द गवर्नमेंट ऑफ द वन कंट्री टू द अनदर कंट्री ड्यूरिंग द पीरियड ऑफ 1 ईयर इज़ कॉल्ड बैलेंस ऑफ पेमेंट। बैलेंस ऑफ पेमेंट की हुंदा भी ਜਿਹੜਾ एक कंट्री जिमें इंडिया किसी अमेरिका के नाल जिमें ट्रांजैक्शन करता वा तो वो किन्ने पैसे आए तो किन्ने पैसे गए, उस चीज़ का लेखा जोखा करके जिहड़ा उहदे विचों बैलेंस निकल के आउंदा तो उहनूं बैलेंस ऑफ पेमेंट कहा जाता वा। अकॉर्डिंग टू द किंग बैगर उन्होंने दे द्वारा की कहा गया वा, दी बैलेंस ऑफ पेमेंट इज़ द सिस्टमैटिकली रिकॉर्ड ऑफ द इकनॉमिक ट्रांजैक्शन बिटवीन टू द रेजिडेंट्स of to the reporting countries and residents of to the foreign countries during giving period of to the time। भी ਉਹਦੇ ਅਕੋਰਡਿੰਗ ਕੀ ਆ ਵੀ ਇੱਕ ਪੇਮੈਂਟ ਆ ਵੀ ਜਿਹੜੀ ਅਸੀਂ ਰਿਕਾਰਡ ਕਰਦੇ ਹਾਂ ਆਲ ਇਕਨੋਮਿਕ ਟ੍ਰਾਂਜੈਕਸ਼ਨਾਂ ਨੂੰ ਕਰਕੇ, ਜਿਹੜਾ ਕਿ ਇੱਕ ਰੈਜ਼ੀਡੈਂਟ ਜਿਹੜਾ ਕੰਟਰੀ ਦੇ ਵਿੱਚ ਰਹਿੰਦਾ ਵਾ ਉਹ ਫੋਰਨ ਕੰਟਰੀ ਦੇ ਨਾਲ ਇੱਕ ਪੀਰੀਅਡ ਦੇ ਵਿੱਚ ਉਹ ਜਿਹੜੀ ਟ੍ਰਾਂਜੈਕਸ਼ਨ ਕਰਦਾ ਵਾ ਤਾਂ ਉਹਨੂੰ ਅਸੀਂ ਕਹਿੰਦੇ ਹਾਂ। ਮੇਨ ਆਈਟਮਾਂ ਇਹਦੇ ਵਿੱਚ ਕੀ ਆਉਂਦੀਆਂ ਨੇ बैलेंस ऑफ पेमेंट ਦੇ ਵਿੱਚ ਅਸੀਂ ਮੇਨ ਆਈਟਮਾਂ ਜਿਹੜੀਆਂ ਨੇ ਉਹਨਾਂ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। 2 ਤਰ੍ਹਾਂ ਦੀਆਂ ਹੁੰਦੀਆਂ ਨੇ, ਦੇਖੋ ਕਿਹੜੀਆਂ ਨੇ। ਪਹਿਲੀ ਆਈਟਮ ਹੈਗੀ ਆ करंट अकाउंट्स की। करंट अकाउंट जोड़ा कि एक साल के जोड़ियाँ विजिबल आइटम्स होंदियां ने, विजिबल जिन्होंने हथ ला के देखा जा सकता उन्होंने नाल डील करते हैं। देखो दी मेन ऑफ दी करंट अकाउंट्स आर दी इंपोर्ट एंड एक्सपोर्ट ऑफ दी विजिबल आइटम लाइक मशीनरी, टी, तंबाकू एक्सैक्ट्रा एंड दी डिफरेंस बिटवीन टू दी एक्सपोर्ट एंड इंपोर्ट ऑफ दी ट्रेड बैलेंस। ट्रेड बैलेंस ਇਹਦੇ ਵਿੱਚ ਕੀ ਹੁੰਦਾ ਵੀ ਇਹਦੇ ਵਿੱਚ ਅਸੀਂ ਵਿਜ਼ੂਅਲ ਆਈਟਮ ਲੈਂਦੇ ਹਾਂ ਜਿਨ੍ਹਾਂ ਨੂੰ ਹੱਥ ਲਾ ਕੇ ਦੇਖਿਆ ਜਾ ਸਕਦਾ ਜਾਂ ਉਹਨੂੰ ਛੂਹਿਆ ਜਾ ਸਕਦਾ। ਅਜਿਹੀਆਂ ਚੀਜ਼ਾਂ ਨੂੰ ਜਿਹੜੀ ਵੇਚਿਆ ਜਾਂਦਾ ਵਾ, ਇੰਪੋਰਟ ਐਕਸਪੋਰਟ ਕੀਤਾ ਜਾਂਦਾ ਤਾਂ ਉਹਨਾਂ ਨੂੰ ਇਹਦੇ ਵਿੱਚ ਲੈ ਜਾਂਦਾ, ਉਹਨੂੰ ਕਰੰਟ ਅਕਾਊਂਟ ਕਿਹਾ ਜਾਂਦਾ ਵਾ। ਹੁਣ ਇਹਦੇ ਵਿੱਚ ਕੀ ਆ ਇੰਪੋਰਟ ਐਕਸਪੋਰਟ ਦੋਹਾਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ट्रेड बैलेंस भी कहा जाता वा। सैकेंड हैगा वा इंपोर्ट एंड एक्सपोर्ट ऑफ दी इनविजिबल आइटम, वो चीज़ां जिन्होंने हथ ला के नहीं देखा जा सकता लाइक सर्विस ऑफ इंश्योरेंस कंपनीज, डॉक्टर, बैंक, इंजीनियर, गौरमेंट्स ट्रांजैक्शन एक्सैक्ट्रा। तो ये सारियां इहदे विच आउंदियां ने। तो ये असी डोनेशन भी लैने, टूरिज्म, शिपिंग एक्सैक्ट्रा। दी टर्म्स ऑफ दी कैपिटल भी जो कैपिटल अकाउंट्स के हुंदा वो की हुंदा वा भी दी कैपिटल अकाउंट इज़ मेड ऑफ सच ऑफ दी टर्म्स ऑफ दी इनवर्ड्स एंड आउटवर्ड फ्लो ऑफ टू दी मनी इन्वेस्टमेंट एंड इंटरनेशनल ग्रांट्स एंड लोन। ये असी लैने भी जो लंबे समय दी जिहड़ियां ट्रांजैक्शनां होंदियां ने जिहदे असी इन्वेस्टमेंट करदी है जां फॉरन तो सानूं ग्रांट आ जाए जां लोन आ जाए, वो सारियां चीज़ां इहदे इनकलूड कीतियां जांदियां ने। लास्ट क्वेश्चन ऑफ दिस चैप्टर इज़ मॉनेटरी पॉलिसी। डिफाइन दी मॉनेटरी पॉलिसी एंड वट इज़ दी आर दी मेन मैथड्स। ये मेन मैथड्स की ने, मॉनेटरी पॉलिसी की आ देखो। बाय दी मॉनेटरी पॉलिसी वी मीनस टू दी कॉन्शियस एक्शंस अंडरटेकन बाय दी सेंट्रल बैंक ऑफ दी country to change the quantity and availability of the cost like rate of interest and the money achieved to the various specified economic objectives and method of to the monetary policy। the difference of to the method of to the monetary policy known as to the instrument of the credit control। भी जिहड़ा मॉनेटरी पॉलिसी हुंदी की हुंदी है इहदे विच हुंदा भी सेंट्रल बैंक तो जिहड़ा पैसा मिलदा वा जिहड़ा क्वांटिटी के फॉर्म दे विच जां साडी जिहड़ी कॉस्ट आ उहनूं वधा घटा के मिलदी आ ते उस दे नाल असीं जिहड़े गोल आ उहनूं अचीव कर लैंदे आ तां उहनूं मॉनेटरी पॉलिसी कहा जांदा वा। ते मॉनेटरी पॉलिसी दे विच एक सिस्टम यूज़ किया जाता वा, उहनूं असीं क्रेडिट कंट्रोल यानी कि लोन नूं किवें देना वा उहदे बारे डिस्कस किया जाता। हुण किन्ने तरह दा हुंदा देखो, बैंक रेट हुंदा, ओपन मार्केट ऑपरेशन हुंदा, चेंज इन टू दी मिनिमम कैश रिजर्व रेशो हुंदा वा ते कैश लिक्विडिटी रेशो हुंदा वा ते चेंज इन टू दी मार्जिनल रिक्वायरमेंट ऑफ लोन। ये 5 वे हुंदे आ। वैसे इन्हूं मैं प्रॉपर डिफाइन नहीं कर रहा, क्यों नहीं कर रहा क्योंकि इनू ज़्यादा डिफाइन करने की सानूं लोड़ नहीं है, तां करके मैंने ज़्यादा डिफाइन नहीं किया। आई होप तुहानूं जिहड़ा सैशन आ पसंद आया हो। असीं इकनॉमिक्स का फस्ट चैप्टर आ उहनूं कंप्लीट कर चुके हैं। तो जेकर तुहानूं ये वधिया लग्गिया तो मेरे चैनल को सबसक्राइब करो, जस्ट डू इट फॉर अ ब्राइट फ्यूचर। तो बैल आइकन नूं जरूर दबाओ। असी इस दे विच की कर रहे हैं, सबसक्राइब करना मेरे चैनल के उत्ते। असी जिहड़ियां न्यू वीडियोज़ के लिए बैल आइकन नूं जरूर दबाओ। असी इत्थे भी कंप्लीट कर रहे हैं 6 to 10th क्लास का होल सिलेबस, जिहदे विच मैथ, साइंस, इंग्लिश तो SST नूं इनकलूड कर रहा है। SST 10th क्लास के तो पंजाबी ते इंग्लिश मीडियम दोनों नूं इनकलूड किया जा रहा वा। तो +1 +2 जिहड़ा कमर्स का सिलेबस है वो इस चैनल के उत्ते ही अपडेट किया जा रहा वा। तो तुसीं की आ तुसीं इस चैनल को सबसक्राइब करके तो मेरिया जिन्नियां वीडियोज़ ने उन्होंने देख के तो दूसरे नाल शेयर भी कर सकते हो। थैंक्स अ लॉट वॉचिंग फॉर माई सैशन एंड प्लीज़ शेयर दिस सैशन विद अदर्स।